बिस्मिल्लाहिर्रहमानिर्रहीम। अस्सलाम वालेकुम व रहमतुल्लाहि व बरकातहू। की हाल चाल है जी? ठीक ठाक हो? उम्मीद आ अल्लाह ताला दे हुक्म दे नाल इंशाअल्लाह तुसीं सारे ठीक ठाक होवोगे। अल्लाह ताला सब ते रहमत फरमाए। अल्लाह ताला सब नूं अपने हिफ्ज़ो ईमान दे विच रखे। अज दे विलॉग दे विच मैं तुहानूं लाहौर शहर दे विच एक ऐसा वाकया जिहड़ा 20 जुलाई नूं रात 2 बजे पेश आया कि एक औरत जिहड़ी आ अपने कमरे दे अंदर बत्तियां बुझा के पई हुंदी आ ते एक आदमी आउंदा, लड़का आउंदा, ਉਹਦੇ ਨਾਲ ਉਸ ਹਨੇਰੇ ਦੇ ਵਿੱਚ ਆ ਕੇ ਤੇ ਪੈ ਜਾਂਦਾ। ਤੇ ਹੁਣ ਉਸ ਔਰਤ ਨੇ ਵੇਖਿਆ ਕਿ ਮੇਰਾ ਘਰ ਵਾਲਾ ਜਿਹੜਾ ਉਹ ਮੇਰੇ ਨਾਲ ਆ ਕੇ ਪੈ ਗਿਆ। ਹੁਣ ਹਨੇਰੇ ਦੇ ਵਿੱਚ ਤਾਂ ਨਾ ਪਤਾ ਲੱਗਦਾ ਵੀ ਰਾਤ ਨੂੰ ਕੌਣ ਆ ਕੇ ਪੈ ਗਿਆ। ਤੇ ਉਹ ਲੇਟੀ ਰਹੀ, ਪਈ ਰਹੀ। ਤੇ ਉਸ ਤੋਂ ਬਾਅਦ ਉਸ ਲੜਕੇ ਨੇ ਜਿਸ ਵੇਲੇ ਉਹਦੇ ਨਾਲ ਸ਼ਰਾਰਤਾਂ ਕਰਨੀਆਂ ਸ਼ੁਰੂ ਕੀਤੀਆਂ ਤੇ ਉਸ ਔਰਤ ਨੇ ਉਹਨੂੰ ਹੱਥ ਲਾ ਕੇ ਵੇਖਿਆ ਕਿ ਇਹ ਤਾਂ ਮੇਰਾ ਸ਼ੌਹਰ ਨਹੀਂ। ਉਹਨੇ ਫਟਾਫਟ ਰੌਲਾ ਪਾਤਾ, ਸ਼ੋਰ ਮਚਾਤਾ। ਤੇ ਉਸ ਤੋਂ ਬਾਅਦ ਫਿਰ ਕੀ ਬਣਿਆ ਉਸ ਦੀ ਮੁਕੰਮਲ ਤਫਸੀਲਾਤ ਅੱਜ ਦੀ ਇਸ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਦੱਸਾਂਗਾ। ਇਹ ਵਾਕਿਆ 20 ਜੁਲਾਈ ਨੂੰ ਰਾਤ ਨੂੰ 2 ਵਜੇ ਪੇਸ਼ ਆਇਆ। ਇਹ ਜੌਹਰ ਟਾਊਨ ਲਾਹੌਰ ਦਾ ਵਾਕਿਆ ਆ। ਉੱਥੇ ਦੋ ਸਕੇ ਭਰਾ ਰਹਿੰਦੇ ਨੇ। ਇੱਕ ਭਰਾ ਦਾ ਨਾਮ ਆ ਸ਼ਬੀਰ, ਇੱਕ ਦਾ ਨਾਮ ਆ ਹਨੀਫ। ਦੋਨੋਂ ਭਰਾ ਬਿਲਕੁਲ ਨਾਲ ਨਾਲ ਰਹਿੰਦੇ ਨੇ, ਵਿੱਚ ਇੱਕ ਦੀਵਾਰ ਆ ਸਿਰਫ, ਬਾਕੀ ਦੋਵਾਂ ਦੇ ਘਰ ਨਾਲ ਨਾਲ ਨੇ। ਹੁਣ ਸ਼ਬੀਰ ਜਿਹੜਾ, ਇਹਦੀ ਬੀਬੀ ਦਾ ਨਾਮ ਹੈਗਾ ਮਹਿਵਸ਼। ਸ਼ਬੀਰ ਦੇ 2 ਬੱਚੇ ਨੇ, ਇੱਕ ਬੇਟੀ ਜਿਹਦਾ ਨਾਮ ਫਾਤਮਾ 12 ਸਾਲ ਦੀ, ਇੱਕ ਬੇਟਾ ਅਜ਼ੀਮ ਜਿਹਦੀ ਉਮਰ ਹੈ 14 ਸਾਲ। ਇਹ ਹੋ ਗਈ ਸ਼ਬੀਰ ਦੀ ਫੈਮਿਲੀ ਮੁਕੰਮਲ। ਉਸ ਤੋਂ ਬਾਅਦ ਉਹਦਾ ਦੂਸਰਾ ਭਰਾ ਹਨੀਫ, ਉਹਦੀ ਬੀਬੀ ਦਾ ਨਾਮ ਹੈ ਕੌਸਰ। ਇੱਕ ਅਵੈਸ ਜਿਹਦੀ ਉਮਰ 27 ਸਾਲ ਆ। ਦੂਸਰਾ ਹੈਗਾ ਅਦੀਲ ਜਿਹਦੀ ਉਮਰ 25 ਸਾਲ ਆ। ਹੁਣ ਇਹਦੇ 2 ਬੇਟੇ ਨੇ ਤੇ ਦੂਸਰੇ ਭਰਾ ਸ਼ਬੀਰ ਕੋ ਇੱਕ ਬੇਟਾ ਇੱਕ ਬੇਟੀ ਆ। ਹੁਣ ਇਹ ਹਨੀਫ ਦੇ ਜਿਹੜੇ 2 ਬੇਟੇ ਨੇ ਨਾ, ਅਵੈਸ ਤੇ ਅਦੀਲ, ਇਹਨਾਂ ਦੇ ਵਿੱਚੋਂ ਅਦੀਲ ਜਿਹੜਾ 25 ਸਾਲ ਦਾ ਬਹੁਤ ਅਵਾਰਾ ਕਿਸਮ ਦਾ ਲੜਕਾ ਸੀ ਤੇ ਸਾਰਾ ਦਿਨ ਅਵਾਰਗੀ ਕਰਨੀ ਔਰ ਗਲਤ ਹਰਕਤਾਂ ਕਰਨੀਆਂ। ਇਹ ਜਦੋਂ ਵੀ ਆਪਣੇ ਚਾਚੇ ਦੇ ਘਰ ਸ਼ਬੀਰ ਦੇ ਆਂਦਾ ਸੀ, ਉਹਦੀ ਬੀਵੀ ਜਿਹੜੀ ਮਹਿਵਸ਼ ਸੀ, ਉਹਦੀ ਉਮਰ 35 ਸਾਲ ਸੀ। ਉਹਨੂੰ ਨਾ ਬੁਰੀ ਨਜ਼ਰ ਨਾ ਦੇਖਦਾ ਸੀ, ਉਹਦੇ ਉੱਤੇ ਉਹਨੇ ਨਜ਼ਰ ਰੱਖੀ ਹੋਈ ਸੀ। ਤੇ ਜਦੋਂ ਵੀ ਕਿਤੇ ਅੱਗੇ ਪਿੱਛੇ ਵੜਨਾ, ਉਹਨੂੰ ਹਲਕਾ ਜਿਹਾ ਹੱਥ ਲਾ ਦੇਣਾ, ਕਦੀ ਅੱਗੇ ਕਦੀ ਪਿੱਛੇ, ਤੇ ਮੁੜ ਕੇ ਕਹਿ ਦੇਣਾ ਸੌਰੀ ਸੌਰੀ ਸੌਰੀ। ਤੇ ਇਸ ਤਰ੍ਹਾਂ ਯਾਨੀ ਉਹਨੂੰ ਕਰਕੇ ਤੇ ਛੇੜਦਾ ਰਹਿੰਦਾ ਸੀ, ਚਸਕੇ ਲੈਂਦਾ ਸੀ। ਤੇ ਇੱਕ ਦਿਨ ਚਾਹ ਦੀ ਪੱਤੀ ਲੈਣ ਆਇਆ ਤੇ ਉਸਨੇ ਆਪਣੀ ਸਕੀ ਚਾਚੀ ਜਿਹੜੀ ਮਾਮਾ ਬਜਾ ਹੁੰਦੀ ਆ, ਮਹਿਵਸ਼, ਜਿਹਦੀ ਉਮਰ 35 ਸਾਲ ਸੀ ਤੇ ਅਦੀਲ ਦੀ ਉਮਰ ਦੇ ਲੋ 25 ਸਾਲ, ਲੇਕਿਨ ਅਵਾਰਾ ਕਿਸਮ ਦਾ ਆਦਮੀ ਸੀ ਨਾ। ਤੇ ਉਹਨੇ ਆਪਣੀ ਚਾਚੀ ਨੂੰ ਕਿਹਾ ਕਿ ਮੈਂ ਤੇਰੇ ਨਾਲ ਗਲਤ ਹਰਕਤ ਕਰਨਾ ਚਾਹਨਾ, ਚਾਚੀ ਤੂੰ ਪੈਸੇ ਦੱਸ ਕਿੰਨੇ ਲੈਣਾ ਚਾਹਨੀ ਆ ਤੇ ਤੇਰੀ ਮਿਹਰਬਾਨੀ ਆ, ਤੇ ਇਸ ਤਰ੍ਹਾਂ ਪੈਸੇ ਲੈ ਲਾ ਤੇ ਮੇਰੀ ਖਾਹਿਸ਼ ਜਿਹੜੀ ਆ ਪੂਰੀ ਕਰ ਦੇ। ਚਾਚੀ ਜਿਹੜੀ ਆ ਉਹਦੇ ਗਲ ਪੈ ਗਈ। ਉਹਨੇ ਕਿਹਾ ਬੇਸ਼ਰਮ, ਬੇਹਯਾ, ਤੈਨੂੰ ਸ਼ਰਮ ਨਹੀਂ ਆਉਂਦੀ? ਕੀ ਕਹਿ ਰਿਹਾ ਤੂੰ? ਤੇ ਉਸ ਤੋਂ ਬਾਅਦ ਉਹਨੇ ਨਾ ਆਪਣੇ ਖਾਮਦ ਨੂੰ, ਸ਼ੌਹਰ ਨੂੰ ਦੱਸਿਆ, ਸ਼ਬੀਰ ਨੂੰ, ਜਿਸ ਵੇਲੇ ਉਹ ਘਰ ਆਇਆ, ਕਿ ਤੇਰਾ ਭਤੀਜਾ ਇਸ ਤਰ੍ਹਾਂ ਦੀਆਂ ਹਰਕਤਾਂ ਕਰਦਾ। ਸ਼ਬੀਰ ਜਿਹੜਾ ਸੀ ਉਹ ਯਕੀਨ ਨਹੀਂ ਸੀ ਕਰਦਾ। ਉਹਨੇ ਕਿਹਾ ਤੂੰ ਗਲਤ ਕਹਿ ਰਹੀ ਆ, ਉਹ ਜਿਹੜਾ ਮੇਰਾ ਭਤੀਜਾ ਆ ਸਾਡੇ ਹੱਥਾਂ ਜੰਮਿਆ ਪਲਿਆ, ਉਹ ਇਸ ਤਰ੍ਹਾਂ ਨਹੀਂ ਕਰ ਸਕਦਾ। ਮਹਿਵਸ਼ ਕਹਿਣ ਲੱਗੀ ਕਿ ਉਹਨੇ ਕਿਹਾ ਤੂੰ ਗਲਤ ਗੱਲ ਕਹਿ ਰਹੀ ਆ, ਤੂੰ ਇਲਜ਼ਾਮ ਲਗਾ ਰਹੀ ਆ। ਹੁਣ ਸ਼ਬੀਰ ਜਿਹੜਾ ਯਕੀਨ ਨਹੀਂ ਕਰਦਾ। ਇਹਨੇ ਪਹਿਲਾਂ ਵੀ 2-4 ਵਾਰੀ ਸ਼ਬੀਰ ਨਾਲ ਗੱਲ ਕੀਤੀ ਸੀ ਮਹਿਵਸ਼ ਨੇ ਕਿ ਇਹ ਮੈਨੂੰ ਛੇੜਦਾ ਛੂੜਦਾ ਇਸ ਤਰ੍ਹਾਂ ਕਰਕੇ। ਉਹਨੇ ਕਿਹਾ ਤੈਨੂੰ ਗਲਤ ਫਹਿਮੀ ਹੋਈ ਆ, ਇਹ ਇਸ ਤਰ੍ਹਾਂ ਨਹੀਂ ਕਰ ਸਕਦਾ ਹੈਗਾ, ਸਾਡੇ ਹੱਥਾਂ ਦਾ ਜੰਮਿਆ ਪਲਿਆ ਸਾਡਾ ਬੱਚਾ ਆ। ਖੈਰ ਸ਼ਬੀਰ ਨੇ ਗੱਲ ਨੂੰ ਕੋਈ ਨਾ ਅਹਿਮੀਅਤ ਦਿੱਤੀ। ਉਸ ਤੋਂ ਬਾਅਦ ਰਾਤ ਨੂੰ 2 ਵਜੇ 20 ਜੁਲਾਈ ਦਾ ਇਹ ਵਾਕਿਆ, ਜਿਸ ਵੇਲੇ ਅਦੀਲ ਆ ਕੇ ਮਹਿਵਸ਼ ਅੰਦਰ ਕਮਰੇ 'ਚ ਪਈ ਹੁੰਦੀ ਆ, ਬਾਕੀ ਸਾਰੇ ਬੰਦੇ ਘਰ ਦੇ ਜਿੰਨੇ ਵੀ ਜੀ ਆ, ਔਰਤਾਂ ਤੇ ਬੰਦੇ, ਉਹ ਸਾਰੇ ਬਾਹਰ ਪਏ ਹੁੰਦੇ ਨੇ। ਤੇ ਇਹ ਆ ਕੇ ਕੰਧ ਟੱਪ ਕੇ ਸੀੜੀਆਂ ਤੋਂ ਥੱਲੇ ਉਤਰਦਾ, ਆ ਕੇ ਤੇ ਮਹਿਵਸ਼ ਦੇ ਨਾਲ ਆਪਣੀ ਸਕੀ ਚਾਚੀ ਦੇ ਨਾਲ ਉਹਦੇ ਬੈੱਡ ਦੇ ਉੱਤੇ ਪੈ ਜਾਂਦਾ। ਬੱਤੀ ਬੰਦ ਹੁੰਦੀ ਹੈ। ਜਿਸ ਵੇਲੇ ਛੇੜਦਾ, ਚਾਚੀ ਨੂੰ ਪਤਾ ਲੱਗਦਾ, ਚਾਚੀ ਜਿਹੜੀ ਆ ਰੌਲਾ ਪਾਉਂਦੀ ਹੈ, ਸ਼ੋਰ ਪੈ ਜਾਂਦਾ। ਉਸ ਤੋਂ ਬਾਅਦ ਇਹ ਦੌੜ ਜਾਂਦਾ। ਸ਼ਬੀਰ ਇਹਨੂੰ ਦੌੜਦਿਆਂ ਵੇਖਦਾ। ਜਿਸ ਵੇਲੇ ਸ਼ਬੀਰ ਨੇ ਇਹਨੂੰ ਵੇਖਿਆ ਦੌੜਦਿਆਂ ਨੱਠਦਿਆਂ, ਉਸ ਤੋਂ ਬਾਅਦ ਸ਼ਬੀਰ ਨੇ ਯਕੀਨ ਕੀਤਾ ਕਿ ਵਾਕਈ
ਇਹ ਅਦੀਲ ਆ। ਸ਼ਬੀਰ ਹੁਣ ਕੀ ਕਰਦਾ, ਆਪਣੇ ਭਰਾ ਹਨੀਫ ਨੂੰ ਬੁਲਾ ਕੇ ਉਹਨੂੰ ਕਹਿੰਦਾ ਕਿ ਆ ਦੇਖ ਲਾ ਇਸ ਤਰ੍ਹਾਂ ਵਾਕਿਆ ਹੋਇਆ ਤੇ ਮੈਂ ਦੌੜਦਾ ਜਾਂਦਾ ਵੇਖਿਆ। ਹਨੀਫ ਜਿਹੜਾ ਸ਼ਬੀਰ ਨੂੰ ਕਹਿ ਰਿਹਾ ਕਿ ਤੂੰ ਗਲਤ ਇਲਜ਼ਾਮ ਲਗਾ ਰਿਹਾ, ਮੇਰਾ ਬੇਟਾ ਤਾਂ ਹੁਣ ਮੇਰੇ ਸਾਹਮਣੇ ਹੁਣ ਅੱਖਾਂ ਤੇ ਨਿਕਲ ਕੇ ਗਿਆ, ਆਪਣੇ ਦੋਸਤਾਂ ਨਾਲ ਬਾਹਰ ਫਿਰਨ ਟੁੰਨ ਗਿਆ। ਖੈਰ ਹਨੀਫ ਜਿਹੜਾ ਨਾ ਫਿਰ ਨਹੀਂ ਮੰਨਦਾ। ਸ਼ਬੀਰ ਕਹਿੰਦਾ ਕਿ ਯਾਰ ਵੇਖ ਲੈ ਮੈਂ ਆਪਣੀਆਂ ਅੱਖਾਂ ਨਾਲ ਵੇਖਿਆ, ਉਹ ਫਿਰ ਨਹੀਂ ਮੰਨਦਾ ਹੈਗਾ। ਉਸ ਤੋਂ ਬਾਅਦ ਸ਼ਬੀਰ ਜਿਹੜਾ ਆਪਣੇ ਸਾਲਿਆਂ ਨੂੰ, ਦੋ ਸਾਲੇ ਹੁੰਦੇ ਨੇ ਜਿਹੜੇ ਫੈਸਲਾਬਾਦ ਰਹਿੰਦੇ ਨੇ, ਉਹਨਾਂ ਨੂੰ ਫੋਨ ਕਰਕੇ ਬੁਲਾਉਂਦਾ। ਸਾਲੇ ਦੋਨੋਂ ਫੈਸਲਾਬਾਦੋਂ ਲਾਹੌਰ ਚਲ ਜਾਂਦੇ ਨੇ ਜੋਹਰ ਟਾਊਨ। ਉਸ ਤੋਂ ਬਾਅਦ ਫਿਰ ਪੰਚਾਇਤ ਬਹਿੰਦੀ ਆ। ਇਸ ਪੰਚਾਇਤ ਦੇ ਵਿੱਚ ਸ਼ਬੀਰ ਦੀ ਬੀਵੀ ਮਹਿਵਸ਼, ਉਸ ਤੋਂ ਇਲਾਵਾ ਉਹਦੇ ਦੋ ਸਾਲੇ ਸ਼ਬੀਰ ਦੇ, ਤੇ ਦੂਸਰੀ ਸਾਈਡ ਤੇ ਹਨੀਫ ਦੀ ਬੀਵੀ ਕੌਸਰ ਤੇ ਉਹਦਾ ਬੇਟਾ ਅਵੈਸ ਜਿਹਦੀ ਉਮਰ 27 ਸਾਲ ਹੁੰਦੀ ਆ। ਅਦੀਲ ਇਸ ਦੇ ਵਿੱਚ ਪੰਚਾਇਤ ਦੇ ਵਿੱਚ ਨਹੀਂ ਬਹਿੰਦਾ ਕਿਉਂਕਿ ਉਹ ਖੁਦ ਮੁਲਜ਼ਮ ਹੁੰਦਾ, ਲੇਕਿਨ ਉਹ ਬਾਹਰ ਖੜਾ ਹੋ ਕੇ ਦਰਵਾਜ਼ੇ ਦੇ ਉੱਤੇ ਸਾਰੀਆਂ ਗੱਲਾਂ ਸੁਣਦਾ ਵੀ ਕੀ ਗੱਲਾਂ ਹੋ ਰਹੀਆਂ। ਹਾਂਜੀ, ਉੱਥੋਂ ਫਿਰ ਗੱਲਬਾਤ ਸ਼ੁਰੂ ਹੋ ਗਈ। ਹਾਂਜੀ, ਸ਼ਬੀਰ ਜਿਹੜਾ ਨਾ ਉਹ ਦੱਸਦਾ ਕਿ ਇਸ ਤਰ੍ਹਾਂ ਅਦੀਲ ਨੇ ਕੀਤੀ ਆ, ਤੇ ਜਿਹੜਾ ਹਨੀਫ ਆ ਉਹ ਅੱਗੋਂ ਉਹਨੂੰ ਹੋਰ ਗੱਲਾਂ ਲਾਉਂਦਾ ਆ, ਉਹਨੂੰ ਜਲਾਉਂਦਾ ਆ। ਹਾਂ ਵੀ ਅਦੀਲ ਨੇ ਤੇਰੀ ਬੀਵੀ ਨੂੰ ਕਿੱਦਾਂ ਛੇੜਿਆ, ਕਿੱਦਾਂ ਹੋਇਆ, ਕਿੱਦਾਂ ਗੱਲਬਾਤ ਸ਼ੁਰੂ ਹੋਈ, ਯਾਨੀ ਉਹ ਚਸਕੇ ਲੈਣ ਲੱਗ ਪਿਆ। ਤੇ ਇਸੇ ਤਰ੍ਹਾਂ ਜਿਸ ਵੇਲੇ ਗੱਲ ਵਧਦੀ ਗਈ, ਗੱਲਾਂ ਵਧਦੀ ਗਈਆਂ, ਲੜਾਈ ਝਗੜਾ ਵਧਦਾ ਗਿਆ। ਅਵੈਸ ਜਿਹੜਾ ਨਾ ਉਹ ਕਹਿੰਦਾ ਤੂੰ ਮੇਰੇ ਭਰਾ ਤੇ ਇਲਜ਼ਾਮ ਨਾ ਲਾ ਤੇ ਮੇਰੇ ਅੱਬੇ ਨਾਲ ਜ਼ਰਾ ਆਸਥਾ ਗੱਲ ਕਰ। ਤੇ ਉਥੋਂ ਤੋਂ ਮੈਂ ਸ਼ੁਰੂ ਹੋ ਗਈ। ਅਦੀਲ ਜਿਹੜਾ ਸੀ ਨਾ ਉਹ ਬਾਹਰ ਖੜਾ ਦਰਵਾਜ਼ੇ ਤੇ ਸਾਰੀਆਂ ਗੱਲਾਂ ਸੁਣ ਰਿਹਾ ਸੀ। ਅਦੀਲ ਆਂਦਾ ਅੰਦਰੋਂ ਜਾ ਕੇ ਫਟਾਫਟ, ਉਹ ਇਜ਼ਾਦ ਦੇ ਕਸਾਈ ਸੀ, ਟੋਕੇ ਚੁੱਕ ਲਿਆਉਂਦਾ, ਲਿਆ ਕੇ ਇੱਕ ਅਵੈਸ ਨੂੰ ਟੋਕਾ ਫੜਾਇਆ, ਇੱਕ ਸ਼ਬੀਰ ਨੂੰ ਆਪਣੇ ਅੱਬੇ ਨੂੰ ਫੜਾਇਆ ਤੇ ਇੱਕ ਆਪ ਫੜ ਲਿਆ। ਤੇ ਬਸ ਇਹਨਾਂ ਨੇ ਨਾ ਫਿਰ ਉੱਥੇ ਟੋਕਾ ਪਾਣਾ ਸ਼ੁਰੂ ਕਰ ਦਿੱਤਾ। ਸ਼ਬੀਰ ਨੂੰ 7 ਟੋਕਿਆਂ ਦੇ ਵਾਰ ਕੀਤੇ, ਮਾਰੇ। ਉਸ ਤੋਂ ਬਾਅਦ ਜਿਹੜੇ ਦੋ ਉਹਦੇ ਫੈਸਲਾਬਾਦੋਂ ਆਏ ਸੀ ਉਹਨਾਂ ਨੂੰ ਵੀ ਟੋਕਿਆਂ ਦੇ ਨਾਲ ਮਾਰਿਆ ਮੋਰਿਆ। ਬਾਅਦ ਫਿਰ ਮਹਿਵਸ਼ ਜਿਹੜੀ ਆ ਸ਼ਬੀਰ ਦੀ ਬੀਵੀ, ਉਹ 15 ਤੇ ਕਾਲ ਕਰਦੀ ਆ, ਪੁਲਿਸ ਆ ਜਾਂਦੀ ਆ। ਪੁਲਿਸ ਫੌਰੀ ਇਹਨਾਂ ਤਿੰਨਾਂ ਨੂੰ ਚੁੱਕ ਕੇ ਤੇ ਹਸਪਤਾਲ ਪਹੁੰਚਾਉਂਦੀ ਆ। ਤੇ ਡਾਕਟਰ ਜਿਹੜੇ ਨੇ ਦੇਖਦੇ ਨੇ ਸ਼ਬੀਰ ਉਹ ਜ਼ਿੰਦਗੀ ਦੀ ਬਾਜ਼ੀ ਜਿਹੜਾ ਹਾਰ ਗਿਆ, ਉਹ ਅੱਲਾ ਨੂੰ ਪਿਆਰਾ ਹੋ ਗਿਆ। ਬਾਕੀ ਦੋ ਸੀ ਜਿਹੜੇ ਉਹਦੇ ਸਾਲੇ, ਉਹ ਜ਼ਿੰਦਾ ਨੇ, ਉਹਨਾਂ ਦਾ ਇਲਾਜ ਮੁਆਲਜਾ ਚੱਲ ਰਿਹਾ ਸੀ। ਉਸ ਤੋਂ ਬਾਅਦ ਇਹ ਤਿੰਨੋਂ ਦੌੜ ਜਾਂਦੇ ਨੇ। ਫਿਰ ਪੁਲਿਸ ਜਿਹੜੀ ਆ ਇਹਨਾਂ ਤਿੰਨਾਂ ਨੂੰ ਗ੍ਰਿਫਤਾਰ ਕਰ ਲੈਂਦੀ ਆ ਤੇ ਹੁਣ ਇਹਨਾਂ ਤਿੰਨਾਂ ਤੇ ਨਾਮਜ਼ਦ ਪਰਚਾ ਹੋਇਆ। ਹਨੀਫ ਤੇ ਇਹਦੇ ਦੋ ਬੇਟੇ, ਅਵੈਸ ਜਿਹਦੀ ਉਮਰ 27 ਸਾਲ, ਅਦੀਲ ਜਿਹਦੀ ਉਮਰ 25 ਸਾਲ, ਇਹਨਾਂ ਤਿੰਨਾਂ ਪਿਓ ਪੁੱਤਾਂ ਦੇ ਨਾਮਜ਼ਦ ਪਰਚਾ ਹੋਇਆ ਕਿਉਂਕਿ ਇਹਨਾਂ ਨੇ ਸ਼ਬੀਰ ਨੂੰ ਮਾਰਿਆ, ਜਿਹੜਾ ਰਿਸ਼ਤੇ ਦੇ ਵਿੱਚ ਹਨੀਫ ਦਾ ਭਰਾ ਤੇ ਬੱਚਿਆਂ ਦਾ ਸਕਾ ਚਾਚਾ ਸੀ। ਤੁਸੀਂ ਦੇਖੋ, ਛੋਟੀ ਜੀ ਗੱਲ ਤੋਂ ਅਗਰ ਹਨੀਫ ਮੰਨ ਜਾਂਦਾ, ਕਹਿੰਦਾ ਠੀਕ ਆ ਯਾਰ ਸ਼ਬੀਰ, ਮੈਂ ਆਪਣੇ ਬੇਟੇ ਨੂੰ ਸਮਝਾਣਾ ਆ, ਉਹਨੂੰ ਡਾਂਟਦਾ ਆ, ਲੇਕਿਨ ਹਰ ਦਫਾ ਉਹ ਆਪਣੇ ਬੇਟੇ ਦੀ ਸਾਈਡ ਲੈਂਦਾ ਰਿਹਾ। ਅਗਰ ਉਹ ਗਲਤੀ ਨੂੰ ਮੰਨ ਜਾਂਦਾ, ਆਪਣੇ ਬੇਟੇ ਨੂੰ ਥੋੜੀ ਜਿਹਾ ਝਾੜਦਾ ਝੂੜਦਾ, ਤਾਂ ਇਹ ਗੱਲ ਇੱਥੇ ਹੀ ਮੁੱਕ ਜਾਣੀ ਸੀ, ਕਿੱਸਾ ਇੱਥੇ ਤੱਕ ਨਹੀਂ ਸੀ ਵਧਣਾ। ਤੇ ਦੇਖ ਲਓ, ਦੋਨੋਂ ਘਰ ਉਜੜ ਗਏ, ਦੋਨੋਂ ਭਰਾ ਜਿਹੜੇ ਨੇ, ਇੱਕ ਮਰ ਗਿਆ, ਦੂਜਾ ਫਾਹੇ ਲੱਗ ਜਾਏਗਾ। ਇਹ ਛੋਟੀਆਂ ਗੱਲਾਂ ਜਿਹੜੀਆਂ ਬਹੁਤ ਦੂਰ ਤੱਕ ਪਹੁੰਚਾਉਂਦੀਆਂ, ਇਹਨਾਂ ਨੂੰ ਪਹਿਲਾਂ ਹੀ ਕੰਟਰੋਲ ਕਰਨਾ ਚਾਹੀਦਾ ਤਾਂ ਕਿ ਬੁਰੇ ਵਕਤ ਤੋਂ ਬੰਦਾ ਬਚ ਸਕੇ। ਅੱਲਾਹ ਤਾਲਾ ਸਭ ਨੂੰ ਆਪਣੇ ਹਿਫਜ਼ੋ ਮਾਨ ਚ ਰੱਖੇ। ਅਸਲਾਮੁ ਅਲੈਕੁਮ ਵ ਰਹਿਮਤੁல்லாਹਿ ਵ ਬਰਕਾਤੁਹੂ।